ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਦਾ ਸ਼ੋਅ ਬਹੁਤ ਹੀ ਖਾਸ ਹੈ ਬੀਟੈਕ ਸਟੂਡੈਂਟਸ ਵਾਸਤੇ। ਉਹ ਸਾਰੇ ਬੀਟੈਕ ਸਟੂਡੈਂਟਸ ਜਿਹੜੇ ਕੈਨੇਡਾ ਜਾ ਕੇ ਸਟੱਡੀ ਕਰਨਾ ਚਾਹੁੰਦੇ ਨੇ, ਕਿਉਂਕਿ ਸਪੈਸੀਫਿਕ ਇੱਕ ਸਪੈਸ਼ਲ ਇਨਫੋਰਮੇਸ਼ਨ ਅੱਜ ਦੇ ਸ਼ੋਅ ਦੇ ਵਿੱਚ ਦਿੱਤੀ ਜਾਏਗੀ। ਬੀਟੈਕ ਸਟੂਡੈਂਟਸ ਵਾਸਤੇ ਕੀ ਪੋਸੀਬਿਲਿਟੀਜ਼ ਹੁੰਦੀਆਂ, ਕਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ, ਕੀ ਸਪੈਸ਼ਲ ਆਫਰਸ ਨੇ ਜਿਹੜੀਆਂ ਬੀਟੈਕ ਸਟੂਡੈਂਟਸ ਅਵੇਲ ਕਰ ਸਕਦੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ। ਜਗਪ੍ਰੀਤ ਜੀ, ਤੁਸੀਂ ਬਹੁਤ ਥੋਰੋ ਸਟੱਡੀ ਤੋਂ ਬਾਅਦ ਰეკਮੈਂਡ ਕਰਦੇ ਹੋ, ਕੋਰਸ ਹੋਵੇ ਜਾਂ ਕੋਈ ਵੀ ਚੀਜ਼ ਹੋਵੇ। ਜਿਹੜੇ ਬੀਟੈਕ ਸਟੂਡੈਂਟਸ ਨੇ ਪੰਜਾਬ ਤੋਂ ਖਾਸ ਕਰਕੇ ਮੈਂ ਗੱਲ ਕਰੂੰਗਾ, ਜਿਹੜੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੋਰਸ ਸਿਲੈਕਸ਼ਨ ਤੋਂ ਜੇ ਸ਼ੁਰੂ ਕਰੀਏ, ਕਿਹੜੀਆਂ ਆਪਸ਼ਨਸ ਸ਼ੁਰੂ ਹੁੰਦੀਆਂ? ਬਿਲਕੁਲ ਦੀਪਕ ਜੀ, ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜਦੋਂ ਵੀ ਕੋਈ ਸਟੂਡੈਂਟ ਸਪੈਸੀਫਿਕਲੀ ਡਾਇਰੈਕਟਲੀ ਮੈਨੂੰ ਆ ਕੇ ਮਿਲਦਾ ਕੈਨੇਡਾ ਦੇ ਲਈ ਪ੍ਰੋਸੈਸ ਕਰਨਾ ਚਾਹੁੰਦਾ, ਮੇਰਾ ਜਿਹੜਾ ਕੋਰ ਫੋਕਸ ਹੁੰਦਾ ਹੈ ਉਹ ਹਮੇਸ਼ਾ ਉਹਦੇ ਐਕੈਡੈਮਿਕ ਪ੍ਰੋਗਰੈਸ਼ਨ ਦੇ ਉੱਤੇ ਹੁੰਦਾ ਹੈ। ਉਹਦੇ ਪ੍ਰੋਗਰਾਮ ਦੀ ਰੈਲੇਵੈਂਸੀ ਸਟਾਰਟਿੰਗ ਫਰੋਮ ਉਹਦੇ ਟ੍ਰੇਡ ਤੋਂ ਲੈ ਕੇ ਉਹਦੇ ਐਕੈਡਮਿਕ ਸਬਜੈਕਟਸ ਨੂੰ ਲੈ ਕੇ ਇੰਗਲਿਸ਼ ਕ੍ਰੈਡੀਬਿਲਿਟੀ ਨੂੰ ਲੈ ਕੇ, ਇਹ ਸਾਰੇ ਫੈਕਟਰਸ ਨੂੰ ਲੈ ਕੇ ਮੈਂ ਉਸ ਪ੍ਰੋਗਰਾਮ ਦੀ ਰੈਲੇਵੈਂਸੀ ਦੇ ਉੱਤੇ ਕੰਪਲੀਟਲੀ ਫੋਕਸ ਕਰਦਾ। ਹੁਣ ਗੱਲ ਆਉਂਦੀ ਹੈ ਸਪੈਸ਼ਲੀ ਅੱਜ ਦਾ ਜੋ ਆਪਾਂ ਪੁਆਇੰਟ ਰੱਖਿਆ ਡਿਸਕਸ਼ਨ ਦਾ ਬੀਟੈਕ ਦੇ ਲਈ, ਇਹ ਇਸ ਲਈ ਹੈ ਕਿਉਂਕਿ ਮੈਂ ਦੇਖਿਆ ਕਿ ਪ੍ਰੈਜ਼ੈਂਟ ਜੋ ਕੈਨੇਡਾ ਦਾ ਸਿਨੈਰੀਓ ਆ ਰਿਹਾ, ਇਹਦੇ ਵਿੱਚ ਬਹੁਤ ਇੱਕ ਮੇਜਰ ਰੇਸ਼ੋ ਬੀਟੈਕ ਸਟੂਡੈਂਟ ਦੀ ਮੈਨੂੰ ਮਿਲੀ ਹੈ ਜਿਨ੍ਹਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਉਹਦੇ 'ਚ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਈ ਹੈ ਉਹ ਆਈ ਹੈ ਜੀ ਪ੍ਰੋਗਰਾਮ ਦੀ ਸਿਲੈਕਸ਼ਨ ਨੂੰ ਲੈ ਕੇ। ਸੋ ਫਸਟ ਆਫ ਆਲ ਬੀਟੈਕ ਨੂੰ ਜਿੱਦਾਂ ਆਪਾਂ ਦੇਖਦੇ ਹਾਂ ਇਹਦੇ ਵਿੱਚ ਬਹੁਤ ਸਾਰੀਆਂ ਟ੍ਰੇਡਸ ਹੁੰਦੀਆਂ ਨੇ। ਕੋਈ ਮਕੈਨੀਕਲ ਇੰਜੀਨੀਅਰਿੰਗ ਕਰਦਾ ਹੈ, ਕੋਈ ਆਟੋਮੋਬਾਈਲ ਹੈ, ਸਿਵਲ ਇੰਜੀਨੀਅਰਿੰਗ ਹੈ, ਇਲੈਕਟ੍ਰੀਕਲ ਹੈ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਹੈ, CSE ਹੈ, IT ਹੈ। ਸੋ ਫਸਟ ਆਫ ਆਲ ਜਿਹੜਾ ਵੀ ਬੀਟੈਕ ਹੋਲਡਰ ਸਟੂਡੈਂਟ ਹੈ ਇਹਨੂੰ ਹਮੇਸ਼ਾ ਆਪਣੇ ਰੈਲੇਵੈਂਟ ਪ੍ਰੋਗਰਾਮ 'ਚ ਹੀ ਅਪਲਾਈ ਕਰਨਾ ਚਾਹੀਦਾ ਹੈ। ਜਿਹੜੀ ਪ੍ਰਾਇਮਰੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਉਹ ਰੈਲੇਵੈਂਟ ਦੀ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਅਗਰ ਕੋਈ ਮਕੈਨੀਕਲ ਇੰਜੀਨੀਅਰਿੰਗ ਤੋਂ ਹੈ ਤਾਂ ਉਹ ਕੁਆਲਿਟੀ ਮਕੈਨੀਕਲ ਅਸ਼ੋਰੈਂਸ ਦੇ ਵਿੱਚ ਜਾਵੇ। ਮਕੈਨੀਕਲ ਰੋਬੋਟਿਕਸ ਦੇ ਨਾਲ ਕੁਝ ਪ੍ਰੋਗਰਾਮਸ ਆਉਂਦੇ ਨੇ ਉਹਨਾਂ ਦੇ ਵਿੱਚ ਜਾਵੇ, ਜਿਨ੍ਹਾਂ ਨੂੰ ਆਪਾਂ ਮੈਕੈਟ੍ਰੋਨਿਕਸ ਵੀ ਕਹਿ ਦਿੰਦੇ ਹਾਂ। ਦੈਨ ਸਿਵਲ ਇੰਜੀਨੀਅਰਿੰਗ ਦੇ ਸਟੂਡੈਂਟ ਆਉਂਦੇ ਨੇ, ਇਹ ਸਸਟੇਨੇਬਲ ਆਰਕੀਟੈਕਚਰ 'ਚ ਜਾਣ, ਬਿਲਡਿੰਗ ਸਾਇੰਸਿਸ ਦੀ ਕੁਆਲਿਟੀ ਪ੍ਰੋਗਰਾਮਸ ਦੇ ਵਿੱਚ ਜਾਣ ਜਾਂ ਕੁਆਲਿਟੀ ਅਸ਼ੋਰੈਂਸ ਦੇ ਵਿੱਚ ਜਾਣ। ਦੈਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਹੈ, IT ਹੈ, ਇਹਨਾਂ ਦੇ ਲਈ ਤਾਂ ਬਹੁਤ ਇੱਕ ਬ੍ਰੌਡ ਸਪੈਕਟਰਮ ਹੈ ਜਿਹੜੇ ਕਿ ਸੌਫਟਵੇਅਰ ਟੈਕਨੋਲੋਜੀ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ 100% ਰੈਲੇਵੈਂਟ ਪ੍ਰੋਗਰਾਮਸ ਨੇ। ਸਿਮਿਲਰਲੀ ਕੋਈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੋਂ ਹੈ ਉਹ ਫਾਈਬਰ ਟੈਕਨੋਲੋਜੀ 'ਚ ਜਾ ਸਕਦਾ ਹੈ। ਇੱਦਾਂ ਦੇ ਬਹੁਤ ਸਾਰੇ ਬੀਟੈਕ ਵਾਲਿਆਂ ਨੂੰ ਜਿਹੜੇ ਕੋਰਸਿਸ ਤੁਸੀਂ ਰეკਮੈਂਡ ਕਰ ਰਹੇ ਹੋ ਬਹੁਤ ਜ਼ਿਆਦਾ ਮਹਿੰਗੇ ਤਾਂ ਨਹੀਂ ਹੁੰਦੇ? ਨਹੀਂ ਜੀ ਨਹੀਂ। ਹੁਣ ਇਹਦੇ ਵਿੱਚ ਡਿਫਰੈਂਸ ਕੀ ਆਉਂਦਾ, ਜਿਹੜਾ ਤੁਹਾਡਾ ਬਹੁਤ ਵਾਜਿਬ ਸਵਾਲ ਹੈ ਕਿ ਕਾਸਟ ਕੀ ਹੈ। ਅਗਰ ਤੁਸੀਂ ਕਲਾਸ 1 ਯੂਨੀਵਰਸਿਟੀ 'ਚ ਜਾ ਰਹੇ ਹੋ ਜਿਹਦੇ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਆਉਂਦੀ ਹੈ, ਯੂਨੀਵਰਸਿਟੀ ਆਫ ਗਲਫ ਆ ਗਈ ਜਾਂ ਹੋਰ 1-2 ਯੂਨੀਵਰਸਿਟੀਜ਼ ਹੈ, ਤਾਂ ਉਹਨਾਂ ਦੇ ਵਿੱਚ ਅਗਰ ਇਹਨਾਂ ਦੇ ਮਾਸਟਰਸ ਪ੍ਰੋਗਰਾਮ ਕਰਦੇ ਦੈਨ ਇਹ ਹਾਇਰ ਸਾਈਡ ਜਾਂਦੇ, ਫਿਰ ਇਹ $30,000 ਤੱਕ ਵੀ ਜਾਂਦਾ ਹੈ। ਠੀਕ ਹੈ। ਬਟ ਅਗਰ ਅਸੀਂ ਜੋ ਪ੍ਰੀਮੀਅਮ ਕਾਲਜਿਸ ਦੇ ਵਿੱਚ ਜਾਂ ਯੂਨੀਵਰਸਿਟੀਜ਼ ਜਿਹੜੀਆਂ ਕਲਾਸ 2 'ਚ ਵੀ ਆਉਂਦੀਆਂ ਨੇ ਉਹਨਾਂ 'ਚ ਵੀ ਜਾਈਏ ਤਾਂ ਤਕਰੀਬਨ $16,000 ਤੋਂ ਲੈ ਕੇ $22,000-23,000 ਤੱਕ ਇਹ ਪ੍ਰੋਗਰਾਮ ਜਿਹੜੇ ਨੇ ਉਹ ਮਿਲ ਜਾਂਦੇ ਨੇ, ਡਿਪੈਂਡ ਅੱਗੇ ਸਟੂਡੈਂਟ ਦੇ ਬਜਟ ਦੇ ਉੱਤੇ। ਸੋ ਫਸਟਲੀ ਪ੍ਰਾਇਮਰੀ ਫੋਕਸ ਇਹਦੇ ਉੱਤੇ ਹੋਣਾ ਚਾਹੀਦਾ। ਇਸ ਤੋਂ ਬਾਅਦ ਮੈਂ ਹੁਣ ਦੇਖਦਾ ਜੀ ਸੈਕਿੰਡ ਜਿਹੜਾ ਸਿਲੈਕਸ਼ਨ ਕ੍ਰਾਈਟੀਰੀਆ ਸਟੂਡੈਂਟ ਲੈਂਦੇ ਆ ਜੀ, ਉਹ ਲੈਂਦੇ ਆ ਜੀ ਪ੍ਰੋਜੈਕਟ ਮੈਨੇਜਮੈਂਟ। ਹੁਣ ਪ੍ਰੋਜੈਕਟ ਮੈਨੇਜਮੈਂਟ ਪ੍ਰੋਗਰਾਮ ਮੈਂ ਕਿਹਨੂੰ ਸੁਜੈਸਟ ਕਰਦਾ ਤੇ ਕਿਹਨੂੰ ਨਹੀਂ ਕਰਦਾ। ਅਗਰ ਤਾਂ ਸਟੂਡੈਂਟ ਬਿਲਕੁਲ ਰੀਸੈਂਟ ਪਾਸ ਆਊਟ ਹੈ, ਉਹਦਾ ਸਿਰਫ 1-1.5 ਸਾਲ ਦਾ ਗੈਪ ਹੈ, ਉਹਨੂੰ ਮੈਂ ਹਮੇਸ਼ਾ ਸੁਜੈਸਟ ਕੀਤਾ ਕਿ ਤੁਸੀਂ ਆਪਣੇ ਜਿਹੜੇ ਪ੍ਰਾਇਮਰੀ ਪ੍ਰੋਗਰਾਮਸ ਹੈ, ਰੈਲੇਵੈਂਟ ਪ੍ਰੋਗਰਾਮ ਹੈ, ਉਹਦੇ 'ਚ ਅਪਲਾਈ ਕਰੋ। ਉਸ ਤੋਂ ਬਾਅਦ ਅਗਰ ਤੁਹਾਡਾ ਗੈਪ 2 ਸਾਲ ਤੋਂ 5 ਸਾਲ ਤੱਕ ਦਾ ਔਰ ਉਹਦੇ ਵਿੱਚ ਤੁਸੀਂ ਇੱਕ ਟੈਕਨੀਕਲ ਐਕਸਪੀਰੀਅੰਸ ਗੇਨ ਕੀਤਾ ਹੈ, ਅਗਰ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਤਾਂ ਤੁਸੀਂ ਇੱਕ ਮਕੈਨੀਕਲ ਇੰਜੀਨੀਅਰ ਦੇ ਤੌਰ ਤੇ ਕੰਮ ਕੀਤਾ ਹੈ ਕਿਸੇ ਵੀ ਫਰਮ ਦੇ ਵਿੱਚ, ਕਿਸੇ ਵੀ ਮਤਲਬ ਤੁਹਾਡੇ ਕੋਲ ਇੱਕ ਟੈਕਨੀਕਲ ਐਕਸਪੀਰੀਅੰਸ ਹੈ ਆਪਣੀ ਟ੍ਰੇਡ ਦੇ ਅਕੋਰਡਿੰਗਲੀ, ਉੱਥੇ ਮੈਂ ਸਟੂਡੈਂਟ ਨੂੰ ਫਿਰ ਸੁਜੈਸਟ ਕਰਦਾ ਕਿ ਹੁਣ ਤੁਸੀਂ ਪ੍ਰੋਜੈਕਟ ਮੈਨੇਜਮੈਂਟ 'ਚ ਜਾਓ, ਕਿਉਂਕਿ ਤੁਹਾਨੂੰ ਇੱਕ ਵੈਲ ਰਿਪਿਊਟਿਡ ਜਿਹੜਾ ਐਕਸਪੀਰੀਅੰਸ ਹੈ ਉਹ ਤੁਸੀਂ ਗੇਨ ਕਰ ਲਿਆ ਹੋਇਆ, ਸਕਿੱਲਸ ਗੇਨ ਕੀਤੀਆਂ ਨੇ। ਸੋ ਉਹਦੇ ਪ੍ਰੋਗਰੈਸ਼ਨ ਲਈ, ਤੁਹਾਡੇ ਐਕਸਪੀਰੀਅੰਸ ਦੇ ਪ੍ਰੋਗਰੈਸ਼ਨ ਦੀ, ਤੁਹਾਡੇ ਪ੍ਰੋਫੈਸ਼ਨਲ ਗਰੋਥ ਦੇ ਲਈ ਯੂ ਮਸਟ ਬੀ ਏਬਲ ਟੂ ਸੁਪਰਵਾਈਜ਼ ਅ ਪ੍ਰੋਜੈਕਟ। ਅਗਰ ਆਪਾਂ ਉਹਦੇ ਵਿੱਚ ਗਰੋਥ ਚਾਹੁੰਦੇ ਹਾਂ, ਸੋ ਉੱਥੇ ਮੈਂ ਪ੍ਰੋਜੈਕਟ ਮੈਨੇਜਮੈਂਟ ਜਿਹੜਾ ਉਹ ਸਟੂਡੈਂਟਸ ਨੂੰ ਸੁਜੈਸਟ ਕਰਦਾ। ਹੁਣ ਇੱਕ ਥਰਡ ਕੈਟਾਗਰੀ ਵੀ ਦੀਪਕ ਜੀ ਇਹਦੇ 'ਚ ਆਉਂਦੀ ਹੈ, ਉਹ ਸਟੂਡੈਂਟ ਆਉਂਦੇ ਜਿਨ੍ਹਾਂ ਦਾ 5 ਤੋਂ 10 ਸਾਲ ਦਾ ਗੈਪ ਹੈ। ਹੁਣ ਇਹਦੇ ਵਿੱਚ ਮੈਨੂੰ ਉਹ ਵੀ ਸਟੂਡੈਂਟ ਮਿਲੇ ਨੇ ਜਿਹਨੂੰ 8 ਸਾਲ ਦਾ ਗੈਪ ਸੀ,
ਉਹਦਾ ਮੈਂ ਵੀਜ਼ਾ ਵੀ ਲਿਆ। ਹੁਣ ਉਹਦਾ ਵੀਜ਼ਾ ਕਿੱਦਾਂ ਆਇਆ? ਉਹ ਸਟੂਡੈਂਟ ਸੀਗਾ ਜੀ ਬੀਟੈਕ ਇਨ ਮਕੈਨੀਕਲ ਨੀਅਰ ਅਬਾਊਟ ਇਨ 2009 ਔਰ 10। ਉਸ ਤੋਂ ਬਾਅਦ ਉਹ ਐਜ਼ ਅ ਇੰਜੀਨੀਅਰ ਵਰਕ ਕਰ ਰਿਹਾ ਸੀ। ਇੰਜੀਨੀਅਰ ਵਰਕ ਕਰਨ ਤੋਂ ਬਾਅਦ ਬਹੁਤ ਅੱਛੀ ਕੰਪਨੀ ਦੇ ਵਿੱਚ, ਉਹ ਰਿਪਿਊਟਡ ਕੰਪਨੀ 'ਚ ਜੌਬ ਕਰ ਰਿਹਾ ਸੀ, ਔਰ ਉਹਦੀ ਫਿਰ ਪ੍ਰੋਫੈਸ਼ਨਲ ਗਰੋਥ ਦੇ ਨਾਲ ਉਹਦੇ ਕੋਲ ਐਡਮਿਨਿਸਟ੍ਰੇਟਿਵ ਡਿਊਟੀਜ਼ ਆਈਆਂ। ਲਾਈਕ ਹੀ ਸਟਾਰਟਡ ਐਡਮਿਨਿਸਟ੍ਰੇਟਿੰਗ team of few members and controlling certain projects, ਸਾਰਾ ਕੁਝ ਉਹਦੇ ਕੋਲ ਆ ਗਿਆ। ਤਾਂ ਉਹ ਇੱਕ ਐਡਮਿਨਿਸਟ੍ਰੇਟਿਵ ਡਿਊਟੀਜ਼ ਤੇ ਲੈ ਰਿਹਾ ਸੀ, ਬਟ ਉਹ ਡਿਊਟੀਜ਼ ਉਹਦੀਆਂ ਟੈਕਨੀਕਲ ਪੁਆਇੰਟ ਆਫ ਵਿਊ ਦੇ ਨਾਲ ਐਸੋਸੀਏਟਡ ਸੀ। ਹੁਣ ਇਦਾਂ ਦੇ ਜਿਹੜੇ ਸਟੂਡੈਂਟ ਹੈ, ਇਹ ਜ਼ਿਆਦਾਤਰ ਸਟੂਡੈਂਟ ਗਲਤੀ ਕਿੱਥੇ ਕਰਦੇ? MBA 'ਚ ਅਪਲਾਈ ਕਰ ਦਿੰਦੇ। ਕੈਨੇਡਾ ਕੀ ਕਹਿੰਦਾ ਕਿ ਮੈਨੂੰ ਤੁਹਾਡਾ ਐਕੈਡੈਮਿਕ ਪ੍ਰੋਗਰੈਸ਼ਨ ਚਾਹੀਦਾ, ਤੇ MBA ਜਿਹੜੀ ਡਿਗਰੀ ਹੈ, ਦਿਸ ਇਜ਼ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਅਗਰ ਤੁਹਾਡੇ ਕੋਲ ਬਿਜ਼ਨਸ ਸਟੱਡੀਜ਼ ਦੀ ਗ੍ਰੈਜੂਏਸ਼ਨ ਤੁਹਾਡੇ ਕੋਲ ਹੈਗੀ ਹੈ, ਦੈਨ ਯੂ ਕੈਨ ਗੋ ਅਹੈਡ। ਬਟ ਅਗਰ ਤੁਹਾਡੇ ਕੋਲ ਟੈਕਨੀਕਲ ਬੈਕਗਰਾਊਂਡ ਹੈ ਔਰ ਤੁਸੀਂ MBA 'ਚ ਜਾਣਾ ਚਾਹੁੰਦੇ ਹੋ, ਦੈਨ ਆਈ ਡੋਂਟ ਸੁਜੈਸਟ ਦੀ ਕੈਨੇਡੀਅਨ ਸਟੂਡੈਂਟਸ। ਇਹਦਾ ਇੱਕ ਆਲਟਰਨੇਟ ਹੈ। MBA is Master of Business Administration, and if you are having a technical education and administrative experience, then you can go for Master of Administrative Sciences. ਦੋਵਾਂ ਦੇ ਨੋਮਨਕਲੇਚਰ 'ਚ ਬਹੁਤ ਫਰਕ ਹੈ। ਉਹ ਬਿਜ਼ਨਸ ਦੀ ਐਡਮਿਨਿਸਟ੍ਰੇਸ਼ਨ, ਇਹ ਐਡਮਿਨਿਸਟ੍ਰੇਸ਼ਨ ਆਫ ਦੀ ਸਾਇੰਸਿਸ, ਜੋ ਵੀ ਤੁਹਾਡਾ ਟੈਕਨੀਕਲ, ਇਹਦੇ 'ਚ ਪ੍ਰੋਗਰਾਮ ਆਉਂਦੇ ਨੇ ਟੈਕਨੋਲੋਜੀ ਮੈਨੇਜਮੈਂਟ ਦੇ, ਐਂਟਰਪ੍ਰੇਨਿਓਰਸ਼ਿਪ ਟੈਕਨੋਲੋਜੀ ਮੈਨੇਜਮੈਂਟ ਦੇ। ਸੋ ਜਿਹੜੇ ਇਸ ਕੈਟੇਗਰੀ ਦੇ ਸਟੂਡੈਂਟ ਹੈ, ਫਿਰ ਮੈਂ ਉਹਨਾਂ ਨੂੰ ਇਹ ਚੀਜ਼ ਸੁਜੈਸਟ ਕਰਦਾ ਦੈਟ ਡੋਂਟ ਮੂਵ ਇਨਟੂ ਅ ਅਦਰ ਟ੍ਰੇਡ। ਤੁਹਾਡੇ ਕੋਲ ਆਪ ਦੀ ਟ੍ਰੇਡ ਦੇ ਵਿੱਚ ਹੀ ਆਪਸ਼ਨਸ ਜਿਹੜੇ ਨੇ ਉਹ ਅਵੇਲੇਬਲ ਨੇ। ਸੋ ਖਾਸ ਤੌਰ ਤੇ ਬੀਟੈਕ ਸਟੂਡੈਂਟਸ ਦੇ ਲਈ ਇਹ ਬਹੁਤ ਅੱਛੀਆਂ ਓਪਰਚੁਨਿਟੀਜ਼ ਅਵੇਲੇਬਲ ਰਹਿੰਦੀਆਂ ਨੇ। ਸੋ ਦੋਸਤੋ, ਜਿਵੇਂ ਕਿ ਜਗਪ੍ਰੀਤ ਜੀ ਨੇ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਇਆ, ਬੀਟੈਕ ਸਟੂਡੈਂਟਸ ਵਾਸਤੇ ਇੱਕ ਬਹੁਤ ਵੱਡੀ ਪੋਸੀਬਿਲਿਟੀਜ਼ ਨੇ, ਨੰਬਰ ਆਫ ਪੋਸੀਬਿਲਿਟੀਜ਼ ਨੇ ਜਿਹੜੀਆਂ ਉਹ ਚੂਜ਼ ਕਰ ਸਕਦੇ ਨੇ ਡਿਪੈਂਡਿੰਗ ਔਨ देयर ਸਟਰੀਮ ਕਿਹੜੀ ਹੈ ਤੇ ਅੱਗੇ ਕਿੱਧਰ ਉਹ ਜਾਣਾ ਚਾਹੁੰਦੇ ਨੇ। ਫਿਰ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ, ਤੁਸੀਂ ਜਗਪ੍ਰੀਤ ਜੀ ਦੀ ਟੀਮ ਨੂੰ ਕਾਲ ਕਰਕੇ, ਇਹਨਾਂ ਨੂੰ ਕਾਲ ਕਰਕੇ ਪਰਸਨਲਾਈਜ਼ਡ ਆਪਣੀ ਸਲਾਹ ਵੀ ਲੈ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਲੇਟੈਸਟ ਵੀਡੀਓਜ਼ ਤੁਹਾਨੂੰ ਮਿਲਦੇ ਰਹਿਣ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।